ਸਾਰੇ ਮੁਲਾਜ਼ਮ ਸਾਥੀਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਜੋ ਇਹ ਵੀਡੀਓ ਆਪਾਂ ਤਿਆਰ ਕਰਨ ਜਾ ਰਹੇ ਹਾਂ ਇਹ ਹੈਗੀ ਹੈ ਇਨਕਮ ਟੈਕਸ 'ਤੇ, ਕਿਉਂਕਿ ਸਾਰੇ ਮੁਲਾਜ਼ਮਾਂ ਨੇ ਜਿਹੜਾ ਹੈਗਾ ਅਗਲੇ ਮਹੀਨੇ ਦੇ ਵਿੱਚ ਫਰਵਰੀ ਦੇ ਵਿੱਚ ਕਰ ਨਿਰਧਾਰਿਤ ਜੋ ਫਾਰਮ ਨੇ ਆਪਾਂ ਨੇ ਉਹ ਭਰਨੇ ਨੇ। ਤਾਂ ਉਸ ਦੇ ਟਾਈਮ ਜਿਹੜਾ ਹੈਗਾ ਆਪਾਂ ਨੇ ਆਪਣਾ ਜਿਹੜਾ ਹੈਗਾ ਇਨਕਮ ਟੈਕਸ ਸੰਬੰਧੀ ਕਰ ਨਿਰਧਾਰਿਤ ਫਾਰਮ ਹੈ ਜਿਹੜਾ ਉਹ ਆਪਣੇ ਭਰ ਕੇ ਦੇਣਾ ਹੁੰਦਾ ਆਪਣੇ DDO ਨੂੰ, ਆਪਣੇ ਦਫ਼ਤਰ ਦੇ ਇੰਚਾਰਜ ਨੂੰ। ਤਾਂ ਉਸ ਦੇ ਸੰਬੰਧ ਦੇ ਵਿੱਚ ਇਹ ਵੀਡੀਓ ਜਿਹੜੀ ਹੈਗੀ ਹੈ ਤਿਆਰ ਕੀਤੀ ਗਈ ਹੈ ਤਾਂ ਕਿ ਤੁਸੀਂ ਆਪਣਾ ਜਿਹੜਾ ਖੁਦ ਦਾ ਇਨਕਮ ਟੈਕਸ ਹੈ ਉਹ ਆਸਾਨੀ ਦੇ ਨਾਲ ਕੈਲਕੂਲੇਟ ਕਰ ਸਕੋ ਅਤੇ ਇਸ ਤਰ੍ਹਾਂ ਜਿਹੜਾ ਹੈਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਅਸੀਂ ਜਿਹੜਾ ਹੈਗਾ ਆਪਣੀ ਤਨਖਾਹ ਦੇ ਵਿੱਚੋਂ ਇਨਕਮ ਟੈਕਸ ਹੈ ਜਿਹੜਾ ਉਹ ਘਟਾ ਸਕਦੇ ਹਾਂ। ਅਤੇ ਇਸ ਦੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਵੀ ਜੇਕਰ ਤੁਹਾਡੀ ਗਰੋਸ ਇਨਕਮ ਹੈ ਜਿਹੜੀ ਉਹ 7,65,000 ਬਣਦੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਸੇਵਿੰਗ ਕਰਕੇ ਜਿਹੜਾ ਹੈਗਾ ਇਨਕਮ ਟੈਕਸ ਭਰਨ ਤੋਂ ਬਚ ਸਕਦੇ ਹੋ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਸਾਥੀਆਂ ਨੂੰ 6th ਪੇ ਕਮਿਸ਼ਨ ਦਿੱਤਾ ਗਿਆ, ਜਿਸ ਦੇ ਨਾਲ ਜੋ ਮੁਲਾਜ਼ਮ ਸਾਥੀਆਂ ਦੀ ਪਹਿਲਾਂ ਇਨਕਮ ਜਿਹੜੀ ਗਰੋਸ ਇਨਕਮ ਸੀ ਉਹ ਘੱਟ ਬਣਦੀ ਸੀ, ਪਰ ਹੁਣ 6th ਪੇ ਕਮਿਸ਼ਨ ਲੱਗਣ ਦੇ ਨਾਲ ਜਿਹੜੀ ਮੁਲਾਜ਼ਮ ਸਾਥੀਆਂ ਦੀ ਗਰੋਸ ਇਨਕਮ ਹੈ ਉਹ ਪਹਿਲਾਂ ਨਾਲੋਂ ਜਿਹੜੀ ਹੈਗੀ ਹੈ ਵੱਧ ਚੁੱਕੀ ਹੈ, ਜਿਸ ਕਰਕੇ ਜਿਹੜਾ ਹੈਗਾ ਇਨਕਮ ਟੈਕਸ ਦੀ ਸਲੈਬ ਦੇ ਵਿੱਚ ਕਈ ਕਰਮਚਾਰੀ ਆ ਰਹੇ ਨੇ। ਤਾਂ ਆਪਾਂ ਇਨਕਮ ਟੈਕਸ ਬਾਰੇ ਪਹਿਲਾਂ ਥੋੜ੍ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿ ਜਿਹੜੀ ਭਾਰਤ ਸਰਕਾਰ ਦੁਆਰਾ ਹੁਣ ਦੇ ਟਾਈਮ ਦੇ ਵਿੱਚ ਇਨਕਮ ਟੈਕਸ ਦੇ ਸੰਬੰਧੀ ਦੋ ਤਰ੍ਹਾਂ ਦੀਆਂ ਜਿਹੜੀਆਂ ਸਲੈਬਸ ਨੇ ਉਹ ਚੱਲ ਰਹੀਆਂ ਨੇ, ਇੱਕ ਓਲਡ ਇੱਕ ਨਿਊ। ਤਾਂ ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ ਕਿ ਓਲਡ ਦੇ ਵਿੱਚ ਜਿਹੜਾ ਹੈਗਾ ਕਿੰਨੇ % ਜਿਹੜਾ ਹੈਗਾ ਆਪਾਂ ਟੈਕਸ ਦੇਣਾ ਹੁੰਦਾ ਸਰਕਾਰ ਨੂੰ। ਤਾਂ ਸਾਰਿਆਂ ਨੂੰ ਪਹਿਲਾਂ ਅਸੀਂ ਗੱਲ ਕਰਦੇ ਹਾਂ ਓਲਡ ਦੀ। ਤਾਂ ਓਲਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇਕਰ ਤੁਹਾਡੀ ਇਨਕਮ 0 ਤੋਂ ਲੈ ਕੇ 2.5 ਲੱਖ ਤੱਕ ਹੈ, ਸੇਵਿੰਗ ਇਹਦੇ ਵਿੱਚੋਂ ਘਟਾ ਕੇ ਤਾਂ ਤੁਹਾਨੂੰ ਜਿਹੜਾ ਹੈਗਾ 12,500 ਰੁਪਏ ਜਿਹੜਾ ਨਿਲ ਟੈਕਸ ਹੈ। ਉਸ ਤੋਂ ਬਾਅਦ 2.5 ਲੱਖ ਤੋਂ 5 ਲੱਖ ਤੱਕ ਜਿਹੜੀ ਹੈਗੀ ਹੈ ਭਾਰਤ ਸਰਕਾਰ ਦੁਆਰਾ 5% ਜਿਹੜਾ ਹੈਗਾ ਟੈਕਸ ਲਗਾਇਆ ਗਿਆ। ਅਤੇ ਜੇਕਰ ਸਾਡੀ ਇਨਕਮ ਦੇ ਵਿੱਚੋਂ ਸੇਵਿੰਗ ਘਟਾ ਕੇ 5 ਲੱਖ ਤੋਂ ਸਾਡੇ ਕੋਲ ਘੱਟ ਬਣਦਾ ਤਾਂ ਜੋ ਹੈਗਾ ਸਾਨੂੰ 12,500 ਰੁਪਏ ਦੀ ਰਿਬੇਟ ਮਿਲਦੀ ਹੈ। ਜੇਕਰ ਗਰੋਸ ਇਨਕਮ ਦੇ ਵਿੱਚੋਂ ਅਸੀਂ ਆਪਣੀ ਸੇਵਿੰਗ ਘਟਾ ਲੈਂਦੇ ਹਾਂ ਅਤੇ ਉਸ ਤੋਂ ਬਾਅਦ 5 ਲੱਖ ਤੋਂ ਉੱਪਰ ਸਾਡੀ ਫਿਰ ਇਨਕਮ ਰਹਿ ਜਾਂਦੀ ਹੈ ਨੈਟ ਆਪਣੀ ਟੈਕਸੇਬਲ ਅਮਾਊਂਟ, ਤਾਂ ਸਾਨੂੰ ਇਹ 12,500 ਰੁਪਏ ਦਾ ਕੋਈ ਰਿਬੇਟ ਨਹੀਂ ਮਿਲੇਗੀ। ਉਸ ਤੋਂ ਅੱਗੇ ਹੈ 5 ਲੱਖ ਤੋਂ ਲੈ ਕੇ ਜੇ ਆਪਾਂ 10 ਲੱਖ ਤੱਕ ਸਾਡੀ ਇਨਕਮ ਹੈ ਜਿਹੜੀ ਉਸ ਦੇ ਉੱਤੇ 20% ਹੈ। ਉਸ ਤੋਂ ਬਾਅਦ ਜੇ 10 ਲੱਖ ਤੋਂ ਜ਼ਿਆਦਾ ਹੈ ਸਾਡੀ ਟੈਕਸੇਬਲ ਅਮਾਊਂਟ ਤਾਂ ਉਸ ਦੇ ਉੱਤੇ ਸਾਨੂੰ 30% ਜਿਹੜਾ ਹੈਗਾ ਟੈਕਸ ਦੇਣਾ ਪਵੇਗਾ। ਅਤੇ ਜਿੰਨਾ ਸਾਡਾ ਟੈਕਸ ਬਣੇਗਾ ਕੁੱਲ ਉਸ ਦੇ ਉੱਪਰ 4% ਜਿਹੜਾ ਹੈਗਾ ਟੈਕਸ ਹੈ ਸਾਡਾ ਐਜੂਕੇਸ਼ਨ ਐਂਡ ਹੈਲਥ। ਇਹ ਸਾਡਾ ਜਿਹੜਾ ਹੈਗਾ ਟੈਕਸ ਹੈ। ਓਲਡ ਸਲੈਬ ਬਾਰੇ ਗੱਲ ਕੀਤੀ ਹੈ ਅਤੇ ਹੁਣ ਅਸੀਂ ਗੱਲ ਕਰਦੇ ਹਾਂ ਨਿਊ ਸਲੈਬ ਜੋ ਸਰਕਾਰ ਵੱਲੋਂ ਚਲਾਈ ਗਈ ਹੈ। ਇਸ ਦੇ ਵਿੱਚ ਸਾਰਿਆਂ ਨੂੰ ਜਿਹੜੀ ਪਹਿਲੀ ਗੱਲ ਹੈ ਕਿ ਅਸੀਂ 80C ਦੇ ਅੰਡਰ ਜੋ ਸੇਵਿੰਗ ਹੈ ਉਹ ਨਹੀਂ ਕਰ ਸਕਦੇ, ਮਤਲਬ ਕਰ ਤਾਂ ਸਕਦੇ ਹੋ ਪਰ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਸ ਦੇ ਵਿੱਚ ਉਹ ਮਾਈਨਸ ਨਹੀਂ ਹੋਵੇਗੀ। ਅਤੇ ਇਸ ਦੇ ਵਿੱਚ ਕੀ ਹੈ 0 ਤੋਂ ਲੈ ਕੇ 2.5 ਲੱਖ ਤੱਕ ਜੇ ਤੁਹਾਡੀ ਇਨਕਮ ਹੈ ਤਾਂ ਤੁਹਾਨੂੰ ਕੋਈ ਟੈਕਸ ਨਹੀਂ, ਨਿਲ ਹੈ। ਉਸ ਤੋਂ ਅੱਗੇ ਹੈਗਾ ਜੇ 2.5 ਲੱਖ ਤੋਂ 5 ਲੱਖ ਤੱਕ ਹੈ ਤਾਂ 5% ਹੈ, ਜੇ 5 ਲੱਖ ਤੋਂ 7.5 ਲੱਖ ਤੱਕ ਹੈ ਤਾਂ 10% ਦੇਣਾ ਪਵੇਗਾ ਉਸ ਦੇ ਉੱਤੇ ਟੈਕਸ। ਜੇ 7.5 ਲੱਖ ਤੋਂ 10 ਲੱਖ ਤੱਕ ਹੈ ਤਾਂ ਤੁਹਾਨੂੰ ਉਸ ਦੇ ਉੱਤੇ 15% ਟੈਕਸ ਲੱਗੇਗਾ। ਜੇ 10 ਲੱਖ ਤੋਂ 12.5 ਲੱਖ ਤੱਕ ਹੈ ਤਾਂ 20% ਟੈਕਸ ਲੱਗੇਗਾ। ਜੇ 12.5 ਲੱਖ ਤੋਂ 15 ਲੱਖ ਤੱਕ ਹੈ ਤੁਹਾਡੀ ਟੈਕਸ ਯੋਗ ਆਮਦਨ ਤਾਂ 25% ਸਾਨੂੰ ਟੈਕਸ ਦੇਣਾ ਪਵੇਗਾ।
ਤੇ ਜੇ 15 ਲੱਖ ਤੋਂ ਜਿੰਨੀ ਉੱਪਰ ਅਮਾਊਂਟ ਹੈ ਉਸ ਦੇ ਉੱਪਰ ਸਾਨੂੰ ਜਿਹੜਾ ਹੈਗਾ 30% ਟੈਕਸ ਦੇਣਾ ਪਵੇਗਾ। ਤੇ ਜਿੰਨਾ ਸਾਡਾ ਟੋਟਲ ਟੈਕਸ ਬਣੇਗਾ ਉਸ ਦੇ ਉੱਤੇ ਉਹੀ 4% ਜਿਹੜਾ ਹੈਗਾ ਸਾਡਾ ਹੈਲਥ ਐਂਡ ਐਜੂਕੇਸ਼ਨ ਸੈਸ ਹੈ ਜਿਹੜਾ ਉਹ ਐਡ ਹੋ ਜਾਏਗਾ। ਤਾਂ ਇਸ ਤਰ੍ਹਾਂ ਜਿਹੜੇ ਹੈਗੇ ਇਹ ਦੋ ਤਰ੍ਹਾਂ ਦੀਆਂ ਜੋ ਸਲੈਬਸ ਨੇ ਉਹ ਅੱਜ ਦੇ ਟਾਈਮ ਦੇ ਵਿੱਚ ਭਾਰਤ ਸਰਕਾਰ ਦੁਆਰਾ ਚਲਾਈਆਂ ਗਈਆਂ ਨੇ। ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਆਪਣੇ ਵੀ ਜੇਕਰ ਤੁਹਾਡੀ ਜਿਹੜੀ ਇਨਕਮ ਹੈ ਉਹ 7,65,000 ਰੁਪਏ ਹੈ ਤਾਂ ਤੁਹਾਨੂੰ ਕਿੰਨਾ ਜਿਹੜਾ ਹੈਗਾ ਟੈਕਸ ਦੇਣਾ ਪਵੇਗਾ। ਸਾਡੀ ਜਿਹੜੀ ਗ੍ਰੋਸ ਇਨਕਮ ਹੈ ਉਸ ਦੇ ਵਿੱਚ ਅਸੀਂ ਜੋੜਾਂਗੇ ਆਪਣੀ ਜੋ ਤੁਹਾਡੀ ਸੈਲਰੀ ਨਿਕਲੀ ਹੈ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2021 ਤੱਕ। ਤਾਂ ਇਸ ਦੇ ਵਿੱਚ ਤੁਹਾਡੀ ਜੋ ਹੈਗੀ ਹੈ ਸੈਲਰੀ ਆ ਜਾਵੇਗੀ। ਸੈਲਰੀ ਤੋਂ ਇਲਾਵਾ ਇਸ ਦੇ ਵਿੱਚ ਤੁਸੀਂ ਐਡ ਕਰੋਗੇ ਆਪਣਾ ਜੇ ਕੋਈ ਤੁਹਾਨੂੰ ਇਸ ਟਾਈਮ ਦੇ ਦੌਰਾਨ ਏਰੀਅਰ ਪ੍ਰਾਪਤ ਹੋਇਆ ਉਹ ਐਡ ਕਰੋਗੇ ਤੁਸੀਂ, ਪਲੱਸ ਇੱਕ NPS ਮੁਲਾਜ਼ਮਾਂ ਲਈ ਹੈ ਕਿਉਂਕਿ ਜੋ ਤਨਖਾਹ ਹੈ ਉਹਨਾਂ ਦੀ ਉਸ ਦੇ ਵਿੱਚੋਂ 10% ਹੈ ਜਿਹੜਾ ਉਹ NPS ਜਿਹੜਾ ਹੈਗਾ ਕੱਟਿਆ ਜਾਂਦਾ। ਪਰ ਜਿਹੜੀ ਸਰਕਾਰ ਹੈ ਉਸ ਦੁਆਰਾ ਤੁਹਾਡੇ ਖਾਤੇ ਦੇ ਵਿੱਚ 14% NPS ਪਾਇਆ ਜਾਂਦਾ। ਤਾਂ ਤੁਸੀਂ ਜਿਹੜਾ 14% ਸਰਕਾਰ ਦੁਆਰਾ ਪਾਇਆ ਜਾਂਦਾ ਇਹ ਤੁਹਾਡਾ 10% ਹੈ। ਅਤੇ ਜਿੰਨਾ ਸਰਕਾਰ ਨੇ 4% ਐਕਸਟਰਾ ਤੁਹਾਡੇ ਖਾਤੇ ਦੇ ਵਿੱਚ ਪਾਇਆ ਹੈ ਤਾਂ ਤੁਸੀਂ ਇਸ ਦੇ ਵਿੱਚ ਜਿਹੜਾ ਉਹ 4% ਸਰਕਾਰ ਦੁਆਰਾ ਪਾਇਆ ਗਿਆ ਉਹ ਵੀ ਵਿੱਚ ਐਡ ਕਰੋਗੇ। ਤਾਂ ਇਸ ਤਰ੍ਹਾਂ ਇਹਦੇ ਵਿੱਚ ਗ੍ਰੋਸ ਇਨਕਮ ਦੇ ਵਿੱਚ 3 ਚੀਜ਼ਾਂ ਤੁਹਾਡੀਆਂ ਮੇਨ ਐਡ ਹੋਣਗੀਆਂ, ਤੁਹਾਡੀ ਸੈਲਰੀ, ਤੁਹਾਡਾ ਏਰੀਅਰ ਅਤੇ ਜੋ 4% NPS ਦੇ ਵਿੱਚ ਸਰਕਾਰ ਦੁਆਰਾ ਪਾਇਆ ਗਿਆ ਜ਼ਿਆਦਾ। ਤੁਹਾਡੀ ਜਿਹੜੀ ਡਿਡਕਸ਼ਨ ਕੀਤੀ ਹੈ 10% ਅਤੇ ਸਰਕਾਰ ਦੁਆਰਾ 14% ਪਾਇਆ ਗਿਆ। ਤਾਂ ਜੋ 4% ਜ਼ਿਆਦਾ ਪਾਇਆ ਉਹ ਵੀ ਤੁਹਾਡੀ ਟੋਟਲ ਜਿਹੜੀ ਗ੍ਰੋਸ ਇਨਕਮ ਹੈ ਉਹਦੇ ਵਿੱਚ ਐਡ ਹੋ ਜਾਏਗਾ। ਇਸ ਤੋਂ ਇਲਾਵਾ ਜੇ ਤੁਹਾਡੀ ਕੋਈ ਹੋਰ ਸੋਰਸ ਦੇ ਉੱਤੋਂ ਕੋਈ ਆਮਦਨ ਹੈ ਉਹ ਵੀ ਤੁਸੀਂ ਇਹਦੇ ਵਿੱਚ ਐਡ ਕਰਨੀ ਹੈ। ਉਸ ਤੋਂ ਅੱਗੇ ਹੈਗਾ ਸਾਡੇ ਕੋਲ ਜਿਹੜਾ 50,000 ਰੁਪਏ ਸਟੈਂਡਰਡ ਡਿਡਕਸ਼ਨ ਹੈ ਜਿਹੜੀ ਉਹ ਅਸੀਂ ਇਸ ਦੇ ਵਿੱਚੋਂ ਮਾਈਨਸ ਕਰ ਦਾਂਗੇ। 2400 ਰੁਪਏ ਸਾਡਾ ਡਿਵੈਲਪਮੈਂਟ ਟੈਕਸ ਹੈ। ਜਿਸ ਵੀ ਇੰਪਲਾਈ ਦੀ ਇਨਕਮ 1 ਸਾਲ ਦੀ 2.5 ਲੱਖ ਤੋਂ ਜ਼ਿਆਦਾ ਬਣਦੀ ਹੈ ਸੈਲਰੀ ਤਾਂ ਉਸ ਨੂੰ ਜਿਹੜਾ ਹੈਗਾ 2400 ਰੁਪਏ ਡਿਵੈਲਪਮੈਂਟ ਟੈਕਸ ਹੈ। ਤਾਂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਇਹ ਸਾਡੀਆਂ 52,400 ਰੁਪਏ ਜਦੋਂ ਅਸੀਂ ਆਪਣੀ ਟੋਟਲ ਗ੍ਰੋਸ ਇਨਕਮ ਦੇ ਵਿੱਚੋਂ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਬਚ ਜਾਂਦਾ 7,12,600 ਰੁਪਏ। ਉਸ ਤੋਂ ਅੱਗੇ ਜਿਹੜਾ ਹੈਗਾ ਜਿਹੜੇ NPS ਇੰਪਲਾਈ ਨੇ 2004 ਤੋਂ ਬਾਅਦ ਅਪੁਆਇੰਟ ਹੋਏ ਨੇ ਜਿਹੜੇ ਮੁਲਾਜ਼ਮ ਜਿਨ੍ਹਾਂ ਦਾ NPS ਕੱਟਿਆ ਜਾਂਦਾ ਉਹਨਾਂ ਨੂੰ ਸਰਕਾਰ ਦੁਆਰਾ ਜਿਹੜੀ ਹੈਗੀ ਹੈ 50,000 ਰੁਪਏ ਦੀ ਸੇਵਿੰਗ ਕਰ ਸਕਦੇ ਨੇ ਉਹ 80 CCD ਅੰਡਰ। ਤਾਂ ਇਹ ਸਿਰਫ ਹੈਗੀ ਹੈ NPS ਇੰਪਲਾਈਜ਼ ਦੇ ਲਈ 50,000 ਰੁਪਏ ਦੀ ਸੇਵਿੰਗ। ਜੋ ਤੁਹਾਡਾ ਕੱਟਦੇ ਨੇ 10% ਉਹ ਤੁਸੀਂ ਦੇਖ ਸਕਦੇ ਹੋ। ਜੋ 50,000 ਹੈ ਜਾਂ 50,000 ਤੋਂ ਘੱਟ ਹੈ ਤਾਂ ਤੁਸੀਂ ਘੱਟ ਘਟਾਉਣਾ ਇੱਥੇ। ਜੇ ਤੁਹਾਡਾ 50,000 ਤੋਂ ਜ਼ਿਆਦਾ ਹੈ ਤਾਂ ਤੁਸੀਂ ਇੱਥੇ 50,000 ਰੁਪਏ ਜਿਹੜਾ ਹੈਗਾ ਉਹ ਮਾਈਨਸ ਕਰ ਦੇਣੇ ਨੇ ਇਸ ਦੇ ਵਿੱਚੋਂ। ਇਸ ਤੋਂ ਇਲਾਵਾ 80C ਦੇ ਅੰਡਰ ਅਸੀਂ ਮੈਕਸੀਮਮ 1.5 ਲੱਖ ਰੁਪਏ ਤੱਕ ਦੀ ਜਿਹੜੀ ਹੈਗੀ ਹੈ ਸੇਵਿੰਗ ਘਟਾ ਸਕਦੇ ਹਾਂ। ਸੇਵਿੰਗ 'ਚ ਤੁਸੀਂ ਵੱਧ ਵੀ ਕੀਤੀ ਹੈ ਪਰ ਸਿਰਫ ਅਸੀਂ 1.5 ਲੱਖ ਤੱਕ ਜਿਹੜੀ ਹੈਗੀ ਹੈ ਇਨਕਮ ਟੈਕਸ ਦੇ ਵਿੱਚ ਅਸੀਂ ਛੋਟ ਪ੍ਰਾਪਤ ਕਰ ਸਕਦੇ ਹਾਂ। ਇਹ ਤੁਸੀਂ ਜਿਹੜੀ ਹੈਗੀ ਹੈ 80C ਦੇ ਅੰਡਰ ਸੇਵਿੰਗ ਕਰ ਸਕਦੇ ਹੋ। ਕੋਈ PPF ਆਪਣਾ ਖਾਤਾ ਖੁਲਾਇਆ ਹੋਇਆ ਉਸ ਦੇ ਵਿੱਚ ਪਾ ਰਹੇ ਹੋ ਤੁਸੀਂ, ਕੋਈ ਤੁਹਾਡੀ ਕੋਈ LIC ਦੀ ਕੋਈ ਪਾਲਿਸੀ ਚੱਲ ਰਹੀ ਹੈ ਉਹਦੇ ਅਧੀਨ, ਕੋਈ ਬੱਚਿਆਂ ਦੀ ਟਿਊਸ਼ਨ ਫੀਸ ਹੈ, ਕੋਈ ਜਿਹੜੀ ਹੈਗੀ ਹੈ ਤੁਹਾਡਾ ਕੋਈ ਹੋਮ ਲੋਨ ਲਿੱਤਾ ਹੈ ਉਸ ਦੀ ਜਿਹੜੀ ਹੈਗੀ ਹੈ ਇੰਸਟਾਲਮੈਂਟ ਹੈ ਕਿਸ਼ਤਾਂ ਨੇ ਉਹ ਘਟਾ ਸਕਦੇ ਹੋ। ਇਸ ਤੋਂ ਬਿਨਾਂ ਡਾਕਖਾਨੇ ਦੇ ਵਿੱਚ ਜਿਸ ਤਰ੍ਹਾਂ NSC ਹੈ ਉਹ ਖਰੀਦ ਸਕਦੇ ਹੋ। ਇਹ ਜਿਹੜੀ ਹੈਗੀ ਟੋਟਲ ਤੁਸੀਂ 1.5 ਲੱਖ ਰੁਪਏ ਇਨਕਮ ਜਿਹੜੀ ਆਪਣੀ ਸੇਵਿੰਗ ਕੀਤੀ ਹੈ ਉਹ ਇਹਦੇ ਵਿੱਚੋਂ 2 ਲੱਖ ਰੁਪਏ ਬਣ ਜਾਏਗੀ। 1.5 ਲੱਖ ਰੁਪਏ ਸਾਡੀ 80C ਦੇ ਅੰਡਰ ਅਤੇ 50,000 ਰੁਪਏ ਜਿਹੜੀ ਹੈਗੀ ਹੈ NPS ਦੇ ਵਿੱਚ ਅਸੀਂ 80 CCD ਦੇ ਅਧੀਨ ਜਿਹੜੀ ਅਸੀਂ ਸੇਵਿੰਗ ਕੀਤੀ ਹੈ।
ਤਾਂ ਇਸ ਤਰ੍ਹਾਂ 2 ਲੱਖ ਰੁਪਏ ਉਹ ਹੋ ਗਈ ਅਤੇ 360 ਰੁਪਏ ਅਸੀਂ ਜਿਹੜਾ ਹੈਗਾ ਸਾਡਾ GIS ਕੱਟਿਆ ਜਾਂਦਾ 30 ਰੁਪਏ ਮੁਲਾਜ਼ਮਾਂ ਦਾ, 4th ਕਲਾਸ ਦਾ ਜਿਹੜਾ ਹੈਗਾ 15 ਰੁਪਏ, ਅਤੇ ਇਸ ਤਰ੍ਹਾਂ ਹੁਣ ਅਲੱਗ ਹੈ ਜਿਸ ਤਰ੍ਹਾਂ 20 ਕਲਾਸ ਦੇ ਜਿਹੜੇ ਕੈਟਾਗਰੀ ਦੇ ਨੇ ਉਹਨਾਂ ਦਾ 60 ਰੁਪਏ ਜਿਹੜਾ ਹੈਗਾ ਮੰਥਲੀ ਕੱਟਿਆ ਜਾਂਦਾ। ਪਰ ਅਸੀਂ ਜਿਹੜੀ ਹੈਗੀ ਹੈ ਮਿਹਨਤ ਸਿਰਫ 2 ਲੱਖ ਰੁਪਏ ਤੱਕ ਹੀ ਕਰਾਂਗੇ ਜੋ NPS ਇੰਪਲਾਈ ਨੇ, ਅਤੇ ਜੋ GPF ਵਾਲੇ ਇੰਪਲਾਈ ਨੇ ਉਹਨਾਂ ਲਈ ਜਿਹੜੀ ਹੈਗੀ ਹੈ NPS ਦੀ 80 CCD ਦੇ ਅੰਡਰ ਸੇਵਿੰਗ ਉਹ ਨਹੀਂ ਕਰ ਸਕਦੇ। ਅਤੇ ਇਸ ਤਰ੍ਹਾਂ ਅਸੀਂ 2 ਲੱਖ ਰੁਪਏ ਆਪਣੀ 7,12,600 ਇਨਕਮ ਦੇ ਵਿੱਚ ਜੋ ਮਿਹਨਤ ਕੀਤੀ ਤਾਂ ਸਾਡੇ ਕੋਲ ਪ੍ਰਾਪਤ ਹੋਏ 5,12,600 ਰੁਪਏ। ਤਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ, ਇਸ ਦੇ ਅੰਡਰ ਕੀ ਹੈ ਵੀ ਪਹਿਲੇ ਜਿਹੜੇ 2.5 ਲੱਖ ਤੱਕ ਹੈ ਉਸ ਦੇ ਉੱਤੇ ਸਾਡਾ ਜਿਹੜਾ ਟੈਕਸ ਹੈ ਉਹ 0 ਹੈ। ਅਗਲੇ ਅਸੀਂ ਕਰ ਰਹੇ ਹਾਂ ਗੱਲ ਓਲਡ ਸਲੈਬ ਦੀ, ਕਿਉਂਕਿ ਮੁਲਾਜ਼ਮ ਸਾਥੀਓ ਜਿਨ੍ਹਾਂ ਦੀ ਇਨਕਮ ਜ਼ਿਆਦਾ ਨਹੀਂ ਹੈਗੀ 10-12 ਲੱਖ ਤੱਕ ਹੈ ਉਹਨਾਂ ਨੂੰ ਓਲਡ ਸਲੈਬ ਦੇ ਵਿੱਚ ਹੀ ਬੈਨੀਫਿਟ ਹੈ। ਨਿਊ ਸਲੈਬ ਦੇ ਵਿੱਚ ਉਹਨਾਂ ਜ਼ਿਆਦਾ ਬੈਨੀਫਿਟ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਅਸੀਂ ਜਿਹੜੀ 1.5 ਲੱਖ ਰੁਪਏ ਦੀ 80C ਦੇ ਅੰਡਰ ਸੇਵਿੰਗ ਕਰਨੀ ਹੈ ਉਹ ਨਹੀਂ ਕਰ ਸਕਦੇ। ਉਸ ਤੋਂ ਅੱਗੇ ਜਿਹੜੀ ਹੈਗੀ ਹੈ 2.5 ਲੱਖ ਤੋਂ 5 ਲੱਖ ਤੱਕ ਅਸੀਂ ਗੱਲ ਕੀਤੀ ਸੀ ਕਿ 5% ਸਾਡਾ ਟੈਕਸ ਹੈ, ਤਾਂ ਉਹ ਅਸੀਂ ਜਦੋਂ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਸਾਡਾ ਬਣ ਜਾਂਦਾ ਹੈ 12,500 ਰੁਪਏ ਟੈਕਸ। ਤਾਂ ਅਸੀਂ ਦੇਖਦੇ ਹਾਂ 5 ਲੱਖ ਤੋਂ ਸਾਡੀ ਕਿੰਨੀ ਇਨਕਮ ਹੋਰ ਟੱਪ ਗਈ, ਤਾਂ ਅਸੀਂ ਆਪਣੀ ਜਿਹੜੀ ਹੈਗੀ ਸੀ 5,12,000 ਸੀ, ਉਹਦੇ ਵਿੱਚ ਅਸੀਂ 5 ਲੱਖ ਤੱਕ ਆਪਣਾ ਜਿਹੜਾ ਹੈਗਾ ਟੈਕਸ ਕੈਲਕੂਲੇਟ ਕਰ ਲਿਆ, ਤਾਂ ਸਾਡੀ ਉੱਪਰ ਟੱਪ ਰਹੀ ਹੈ 12,600 ਰੁਪਏ। ਤਾਂ 12,000 ਜਿਹੜੀ 600 ਰੁਪਏ ਹੈ, ਤਾਂ ਜੇ ਅਸੀਂ ਸਲੈਬ ਦੀ ਗੱਲ ਕਰਦੇ ਹਾਂ ਤਾਂ ਤੁਹਾਡੇ ਯਾਦ ਹੋਵੇ ਸਾਥੀਓ ਤਾਂ 5 ਲੱਖ ਤੋਂ 10 ਲੱਖ ਤੱਕ ਦਾ ਜਿਹੜਾ ਹੈਗਾ ਓਲਡ ਸਲੈਬ ਦੇ ਵਿੱਚ ਉਹ ਹੈਗਾ ਟੈਕਸ 20%। ਤਾਂ ਜੋ ਤੁਸੀਂ 12,600 ਰੁਪਏ ਦਾ 20% ਟੈਕਸ ਕੱਢੋਗੇ ਤਾਂ ਤੁਹਾਡਾ ਬਣ ਜੂਗਾ ਉਹ 2,520 ਰੁਪਏ। ਤਾਂ ਇਸ ਤਰ੍ਹਾਂ ਜਿਹੜੇ ਹੈਗੇ ਨੇ 2,520 ਰੁਪਏ ਸਾਡੇ ਇਹ ਟੈਕਸ ਬਣ ਗਏ। 12,500 ਸਾਨੂੰ ਇਹ ਰਿਬੇਟ ਵੀ ਨਹੀਂ ਮਿਲਣੀ, ਕਿਉਂਕਿ ਜਿਹੜੀ ਸਾਡੀ ਟੈਕਸੇਬਲ ਇਨਕਮ ਹੈ ਉਹ 5 ਲੱਖ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਅਸੀਂ ਜਿਹੜੀਆਂ ਆਪਣੀਆਂ ਇਹ ਟੈਕਸ ਹੈ ਇਹ ਸਾਡਾ ਟੋਟਲ ਟੈਕਸ ਬਣ ਜਾਏਗਾ, ਜੋ ਇਹਨਾਂ ਨੂੰ ਐਡ ਕਰਾਂਗੇ ਅਸੀਂ 15,020 ਰੁਪਏ। ਤਾਂ ਤੁਹਾਨੂੰ ਦੱਸਿਆ ਸੀ ਕਿ 4% ਜਿਹੜਾ ਹੈਗਾ ਸਰਕਾਰ ਦੁਆਰਾ ਸਾਡੇ ਟੈਕਸ ਦੇ ਉੱਪਰ ਸਾਨੂੰ ਹੈਲਥ ਐਂਡ ਐਜੂਕੇਸ਼ਨ ਸੈਸ ਹੈ ਜਿਹੜਾ ਉਹ ਲੱਗਦਾ, ਉਹ ਦੇਣਾ ਪੈਂਦਾ ਚਾਰਜ। ਤਾਂ ਇਸ ਤਰ੍ਹਾਂ ਜਦੋਂ ਅਸੀਂ 15,020 ਰੁਪਏ ਦਾ 4% ਸੈਸ ਕੈਲਕੂਲੇਟ ਕਰਾਂਗੇ ਤਾਂ ਸਾਡੀ ਜਿਹੜੀ ਇਹ ਹੈ 601 ਰੁਪਇਆ ਜਿਹੜਾ ਇਹਦੇ ਵਿੱਚ ਹੋਰ ਐਡ ਹੋ ਜਾਏਗਾ। ਤਾਂ ਇਸ ਤਰ੍ਹਾਂ ਜਿਹੜੀ ਤੁਹਾਡੀ ਕੁੱਲ ਜਿਹੜੀ ਟੈਕਸ ਯੋਗ ਤੁਸੀਂ ਦੇਣਾ ਸਰਕਾਰ ਨੂੰ ਟੈਕਸ, ਉਹ ਤੁਹਾਡਾ ਬਣ ਜਾਏਗਾ 15,621 ਰੁਪਏ। ਅਤੇ ਜੇ ਇਹਨੂੰ ਅਸੀਂ ਰਾਊਂਡ ਫਿਗਰ 'ਚ ਕਰਦੇ ਹਾਂ 15,620 ਰੁਪਏ ਵੀ ਕਰ ਸਕਦੇ ਹੋ, ਜਾਂ ਤੁਸੀਂ 15,625 ਰੁਪਏ ਵੀ ਜਿਹੜਾ ਹੈਗਾ ਆਪਣਾ ਟੈਕਸ ਘਟਾ ਸਕਦੇ ਹੋ। ਤਾਂ ਹੁਣ ਆਪਾਂ ਆਉਣੇ ਆਪਣੇ ਮੇਨ ਪੁਆਇੰਟ ਦੇ ਉੱਤੇ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਹੈਗਾ ਇਹ 15,625 ਰੁਪਏ ਦੇ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੇ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੁਆਰਾ ਕੁਝ ਕੁ ਹੋਰ ਸੇਵਿੰਗਾਂ ਨੇ ਜਿਨ੍ਹਾਂ ਦੇ ਅੰਡਰ ਸਾਨੂੰ ਛੋਟ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਸੈਕਸ਼ਨ 24 ਹੈ, ਜੇਕਰ ਤੁਸੀਂ ਹੋਮ ਲੋਨ ਲੈਤਾ ਹੈ ਤਾਂ ਉਸ ਦਾ ਜੋ ਇੰਟਰਸਟ ਤੁਸੀਂ ਪੇ ਕੀਤਾ ਹੈ ਤਾਂ ਉਸ ਇੰਟਰਸਟ ਹੈ ਜੋ ਉਸ ਦੇ ਉੱਤੇ ਵੀ ਤੁਹਾਨੂੰ ਜਿਹੜਾ ਹੈਗਾ ਆਪਣੀ ਟੈਕਸ ਤੋਂ ਛੋਟ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਕੋਈ ਡੋਨੇਸ਼ਨ ਦਿੱਤੀ ਹੈ, ਡੋਨੇਸ਼ਨ ਦੇ ਉੱਤੇ ਵੀ ਤੁਹਾਨੂੰ ਜਿਹੜਾ ਹੈਗਾ ਰਿਬੇਟ ਮਿਲਦੀ ਹੈ 80G ਦੇ ਅੰਡਰ। ਪਰ ਕਿਉਂਕਿ ਹਰੇਕ ਮੁਲਾਜ਼ਮ ਨੇ ਜਿਹੜਾ ਹੈਗਾ ਹੋਮ ਲੋਨ ਨਹੀਂ ਲੈਤਾ ਹੁੰਦਾ, ਕੋਈ ਜਿਹੜੇ ਖੁਦ ਹੈਂਡੀਕੈਪਟ ਨੇ ਉਹਨਾਂ ਨੂੰ 80L ਦੇ ਅੰਡਰ ਜਿਹੜਾ ਹੈਗਾ, ਜੇ ਕੋਈ ਹੈਂਡੀਕੈਪਡ ਹੈ ਮੁਲਾਜ਼ਮ ਤਾਂ ਉਸ ਨੂੰ ਛੋਟ ਮਿਲਦੀ ਹੈ 75,000 ਰੁਪਏ ਦੀ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਐਜੂਕੇਸ਼ਨ ਲੋਨ ਲੈਤਾ ਹੈ ਤਾਂ 80E ਦੇ ਅੰਡਰ ਉਸ ਦਾ ਜਿਹੜਾ ਅਸੀਂ ਐਜੂਕੇਸ਼ਨ ਲੋਨ ਦਾ ਇੰਟਰਸਟ ਪੇ ਕੀਤਾ ਹੈ ਸਰਕਾਰ ਨੂੰ, ਤਾਂ ਉਸ ਨੂੰ ਵੀ ਅਸੀਂ ਰਿਬੇਟ ਪ੍ਰਾਪਤ ਕਰ ਸਕਦੇ ਹਾਂ, ਜੋ ਕਿ ਸਾਡੀ ਇਨਕਮ ਦੇ ਵਿੱਚੋਂ ਮਾਈਨਸ ਹੋ ਜੂਗੀ, ਜੋ ਕਿ 80C ਸੇਵਿੰਗ ਅਤੇ NPS ਜੋ 50,000 ਦੀ ਸੇਵਿੰਗ ਹੈ ਉਸ ਤੋਂ ਪਹਿਲੀ ਉਹ ਮਾਈਨਸ ਹੋ ਜਾਏਗੀ। ਅਤੇ ਪਰ ਜੇ ਅਸੀਂ ਇਹ ਸੇਵਿੰਗਸ ਦੇਖਦੇ ਹਾਂ, ਕੋਈ ਡੋਨੇਸ਼ਨ ਦੇਣੀ, ਕੋਈ ਹੈਂਡੀਕੈਪਟ ਹੋਣਾ, ਕੋਈ
ਹੋਮ ਲੋਨ ਲੈਣਾ, ਕੋਈ ਐਜੂਕੇਸ਼ਨ ਲੋਨ ਲੈਣਾ, ਇਹ ਹਰੇਕ ਮੁਲਾਜ਼ਮ ਦੇ ਹਿੱਸੇ ਨਹੀਂ ਆਉਂਦਾ। ਮਤਲਬ ਬਹੁਤ ਘੱਟ ਮੁਲਾਜ਼ਮ ਹੋਣਗੇ ਜਿਨ੍ਹਾਂ ਨੇ ਹੋਮ ਲੋਨ ਲਿੱਤਾ ਹੋਊਗਾ, ਜਿਨ੍ਹਾਂ ਨੇ ਹੁਣ ਐਜੂਕੇਸ਼ਨ ਲੋਨ ਚੱਲਦਾ ਹੋਊਗਾ ਇਹ ਟਾਈਮ ਦੇ ਵਿੱਚ, ਮਤਲਬ ਕਿ ਆਪਣੀ ਸਰਵਿਸ ਦੇ ਦੌਰਾਨ, ਜਾਂ ਕੋਈ ਹੈਂਡੀਕੈਪਟ ਹੈ ਜਾਂ ਕੋਈ ਡੋਨੇਸ਼ਨ ਦਿੱਤੀ ਹੈ। ਪਰ ਇੱਕ ਇਹਨਾਂ ਦੇ ਵਿੱਚ ਜੋ ਹੈਗੀ ਹੈ ਸੇਵਿੰਗ ਹੈ, ਜੋ ਲਗਭਗ ਸਾਰੇ ਜਿਹੜੇ ਹੈਗੇ ਨੇ ਮੁਲਾਜ਼ਮ ਆਸਾਨੀ ਨਾਲ ਕਰ ਸਕਦੇ ਨੇ, ਅਤੇ ਜਿਸ ਦੇ ਨਾਲ ਉਹ ਸੇਵਿੰਗ ਕਰਕੇ ਅਸੀਂ ਜਿਹੜਾ ਹੈਗਾ ਆਪਣੇ ਇਨਕਮ ਟੈਕਸ ਦਾ ਜਿਹੜਾ 15,625 ਰੁਪਏ ਹੈ, ਇਸ ਤੋਂ ਕਿਵੇਂ ਅਸੀਂ ਛੋਟ ਪ੍ਰਾਪਤ ਕਰ ਸਕਦੇ ਹਾਂ। ਤਾਂ ਅਸੀਂ ਉਹਦੀ ਗੱਲ ਕਰਦੇ ਹਾਂ। ਉਹ ਹੈਗਾ ਜੀ ਸਾਡਾ 80D ਸੈਕਸ਼ਨ ਹੈ, ਮੈਡੀਕਲ ਇੰਸ਼ੋਰੈਂਸ। 80D ਦੇ ਅੰਡਰ ਅਸੀਂ ਆਪਣਾ ਮੈਡੀਕਲ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਕਹਿ ਸਕਦੇ ਹਾਂ ਅਸੀਂ, ਉਹ ਕਰ ਸਕਦੇ ਹਾਂ, ਕਰਵਾ ਸਕਦੇ ਹਾਂ। ਕਿਸੇ ਵੀ ਕੰਪਨੀ ਤੋਂ ਤੁਸੀਂ ਕਰਵਾ ਸਕਦੇ ਹੋ। ਉਹ ਜਿਹੜੀ ਹੈਗੀ ਸਾਨੂੰ ਵੱਧੋ ਵੱਧ ਅਸੀਂ 25,000 ਰੁਪਏ ਤੱਕ ਆਪਣੀ ਫੈਮਿਲੀ ਦਾ ਕਰਵਾ ਸਕਦੇ ਹਾਂ, ਜਿਸ ਦੇ ਵਿੱਚ ਤੁਹਾਡਾ ਸਪਾਊਸ, ਤੁਹਾਡੇ ਬੱਚਿਆਂ ਦੇ ਲਈ ਤੁਸੀਂ ਫੈਮਿਲੀ ਇੰਸ਼ੋਰੈਂਸ ਕਰਾ ਸਕਦੇ ਹੋ, ਹੈਲਥ ਇੰਸ਼ੋਰੈਂਸ। ਅਤੇ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ 25,000 ਰੁਪਏ ਦਾ ਕਰਵਾਉਣਾ, ਜਾਂ ਤੁਹਾਡੀ ਜਿਹੜਾ ਹੈਗਾ ਇੱਥੇ ਆਪਾਂ ਟੈਕਸ ਦੇਖਿਆ 15,625 ਰੁਪਏ ਬਣਦਾ, ਤਾਂ ਤੁਸੀਂ 15,625 ਰੁਪਏ ਦਾ ਕਰਵਾਉਣਾ। ਤਾਂ ਕਿੰਨਾ ਜਿਹੜਾ ਹੈਗਾ ਤੁਸੀਂ ਆਪਣਾ ਹੈਲਥ ਇੰਸ਼ੋਰੈਂਸ ਕਰਵਾ ਕੇ ਟੈਕਸ ਤੋਂ ਨਿਜਾਤ ਪਾ ਸਕਦੇ ਹੋ। ਤਾਂ ਇਹ ਹੁਣ ਇੱਕ ਉਹ ਮੁਲਾਜ਼ਮ ਦੀ ਇਨਕਮ ਹੈ ਜਿਸ ਨੇ 13,000 ਰੁਪਏ ਦਾ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਕਰਵਾਇਆ, ਅਤੇ ਅਸੀਂ ਜਿਹੜਾ ਉਹਦਾ ਟੈਕਸ ਦੇਖਦੇ ਹਾਂ, ਟੈਕਸ ਬਣਦਾ ਉਹਦਾ 12,480, ਜੋ ਕਿ ਸਾਨੂੰ 12,000 ਜੇਕਰ 500 ਸਾਡਾ ਟੈਕਸ ਬਣਦਾ, ਤਾਂ ਸਾਨੂੰ ਜਿਹੜਾ ਹੈਗਾ ਟੈਕਸ ਤੋਂ ਰਿਬੇਟ ਮਿਲਦੀ ਹੈ ਜੇਕਰ ਸਾਡਾ ਟੋਟਲ ਟੈਕਸ 12,500 ਰੁਪਏ ਤੋਂ ਘੱਟ ਬਣਦਾ। ਤਾਂ ਇਸ ਤਰ੍ਹਾਂ ਦੋਸਤੋ, ਜਿੱਥੇ ਅਸੀਂ 15,625 ਰੁਪਏ ਟੈਕਸ ਪੇ ਕਰਨੇ ਨੇ, ਤਾਂ ਤੁਸੀਂ ਆਪਣੀ ਫੈਮਿਲੀ ਦੀ ਹੈਲਥ ਇੰਸ਼ੋਰੈਂਸ ਦੁਆਰਾ ਜੋ ਅਸੀਂ 13,000 ਰੁਪਏ ਦਾ ਕਰਵਾਉਣਾ, ਤਾਂ ਸਾਨੂੰ ਮੇਨ ਗੱਲ ਤਾਂ ਕੀ ਹੈ, ਜਿੱਥੇ ਤੁਸੀਂ 15,625 ਰੁਪਏ ਭਰ ਰਹੇ ਹੋ, ਉੱਥੇ 13,000 ਰੁਪਏ ਦਾ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣੇ ਹੋ, ਤਾਂ ਤੁਹਾਡੀ 2,625 ਰੁਪਏ ਦੀ ਜਿਹੜੀ ਹੈਗੀ ਇੱਥੇ ਸੇਵਿੰਗ ਹੋ ਜਾਂਦੀ ਹੈ, ਬੱਚਤ ਹੋ ਜਾਂਦੀ ਹੈ ਅਸੀਂ ਕਹਿ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਕੀ ਹੈ, 1 ਸਾਲ ਦੇ ਲਈ ਜਿਹੜਾ ਹੈਗਾ ਤੁਸੀਂ ਆਪਣੀ ਫੈਮਿਲੀ ਦਾ ਜਿਹੜਾ ਹੈਗਾ ਹੈਲਥ ਚੈੱਕਅਪ, ਮੈਡੀਸਨ ਫ੍ਰੀ ਪ੍ਰਾਪਤ ਕਰ ਸਕਦੇ ਹੋ। ਜੋ ਅਸੀਂ ਟੈਕਸ ਭਰਦੇ ਹਾਂ ਉਹ ਵੀ ਸਾਡੇ ਜਿਹੜਾ ਹੈਗਾ ਵਿਕਾਸ ਦੇ ਕੰਮਾਂ 'ਤੇ ਖਰਚ ਹੁੰਦਾ ਹੈ, ਪਰ ਅੱਜ ਦਾ ਆਪਾਂ ਦੇਖਦੇ ਹਾਂ ਪਦਾਰਥਵਾਦੀ ਯੁੱਗ ਦੇ ਵਿੱਚ, ਸਵਾਰਥ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜਾ ਹੈਗਾ ਕਿਸ ਤਰ੍ਹਾਂ 1-1 ਰੁਪਏ ਦੀ ਬੱਚਤ ਕੀਤੀ ਜਾਵੇ। ਤਾਂ ਅਸੀਂ 2,625 ਰੁਪਏ ਦੀ ਬੱਚਤ ਦੇ ਨਾਲ ਨਾਲ 1 ਸਾਲ ਦੇ ਲਈ ਆਪਣੀ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਵੀ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਟੈਕਸ ਤੋਂ ਵੀ ਬਚ ਸਕਦੇ ਹਾਂ, ਅਤੇ ਆਪਣਾ 2,625 ਰੁਪਏ ਵੀ ਬਚਾ ਸਕਦੇ ਹਾਂ, ਅਤੇ 1 ਸਾਲ ਦੇ ਲਈ ਜਿਹੜਾ ਹੈਗਾ ਤੁਸੀਂ ਆਪਣਾ ਹੈਲਥ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਤਾਂ ਹੁਣ ਅਸੀਂ ਉਹੀ ਗੱਲ ਕਰਦੇ ਹਾਂ ਵੀ ਇੱਕ ਇੰਪਲਾਈ ਦੀ ਜਿਹੜੀ ਇਨਕਮ ਹੈ ਉਹ ਉਹੀ ਹੈ 7,65,000 ਰੁਪਏ, ਅਤੇ ਇਸ ਦੇ ਵਿੱਚੋਂ 50,000 ਸਾਡੀ ਸਟੈਂਡਰਡ ਡਿਡਕਸ਼ਨ ਹੈ ਜਿਹੜੀ ਉਹ ਪਹਿਲਾਂ ਜਿਵੇਂ ਅਸੀਂ ਮਾਈਨਸ ਕੀਤੀ ਸੀ ਉਹ ਹੋ ਗਈ। 2,400 ਰੁਪਏ ਸਾਡਾ ਡਿਵੈਲਪਮੈਂਟ ਟੈਕਸ ਹੈ ਜਿਹੜਾ ਉਹ ਇਹਦੇ ਵਿੱਚੋਂ ਮਾਈਨਸ ਹੋ ਗਿਆ। ਇਸ ਤੋਂ ਬਿਨਾਂ ਇਸ ਇੰਪਲਾਈ ਨੇ 13,000 ਰੁਪਏ ਦਾ ਆਪਣਾ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਲਿੱਤਾ ਹੈ, ਤਾਂ ਇਸ ਦੇ ਵਿੱਚ ਉਹ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਪਹਿਲਾਂ ਹੀ ਉਹ ਮਾਈਨਸ ਹੋ ਜਾਣਾ ਸਾਡੀ ਸੇਵਿੰਗ ਤੋਂ ਪਹਿਲਾਂ। ਤਾਂ ਜਦੋਂ ਅਸੀਂ ਇਹ 65,400 ਰੁਪਏ ਅਸੀਂ ਆਪਣੀ ਇਨਕਮ ਦੇ ਵਿੱਚੋਂ ਮਾਈਨਸ ਕਰਦੇ ਹਾਂ, ਤਾਂ ਸਾਡੇ ਕੋਲ ਬਚ ਜਾਂਦਾ 6,99,600 ਰੁਪਏ। ਤਾਂ ਉਹੀ NPS ਦੇ ਅੰਡਰ 80CCD ਦੇ ਸੈਕਸ਼ਨ ਅੰਡਰ 50,000 ਰੁਪਏ ਦੀ ਸਾਡੀ NPS ਸੇਵਿੰਗ ਹੋ ਗਈ, ਜੋ ਕਿ ਸਾਡੀ 10% ਡਿਡਕਸ਼ਨ ਹੁੰਦੀ ਹੈ, ਅਤੇ 80C ਦੇ ਅੰਡਰ 1.5 ਲੱਖ ਰੁਪਏ ਦੀ ਸਾਡੀ ਸੇਵਿੰਗ ਹੋ ਗਈ। 360 ਰੁਪਏ ਅਸੀਂ GIS ਦੇ ਲਾਏ ਨੇ, ਤਾਂ ਕਿਉਂਕਿ ਇੱਥੇ ਅਸੀਂ ਵੱਧੋ ਵੱਧ ਜਿਹੜਾ ਮੈਕਸੀਮਮ ਹੈ
2 ਲੱਖ ਰੁਪਏ ਦੀ ਸੇਵਿੰਗ ਹੈ। 1.5 ਲੱਖ ਦੀ 80C ਸੈਕਸ਼ਨ ਦੇ ਅੰਡਰ ਅਤੇ 50,000 ਰੁਪਏ ਦੀ ਮੈਕਸੀਮਮ ਅਸੀਂ NPS ਮਤਲਬ ਕਿ ਸੈਕਸ਼ਨ 80CCD ਦੇ ਅੰਡਰ ਕਰ ਸਕਦੇ ਹਾਂ। ਅਤੇ ਇਸ ਤਰ੍ਹਾਂ ਸਾਡੀ ਜਿਹੜੀ ਟੈਕਸੇਬਲ ਇਨਕਮ ਰਹਿ ਗਈ ਉਹ ਰਹਿ ਗਈ 4,99,600 ਰੁਪਏ। ਤਾਂ ਅਸੀਂ ਦੇਖਦੇ ਹਾਂ ਪਹਿਲੇ 2.5 ਲੱਖ ਦੇ ਓਲਡ ਸਲੈਬ ਦੀ ਜੇ ਗੱਲ ਕਰਦੇ ਹਾਂ ਤਾਂ ਸਾਨੂੰ ਕੋਈ ਟੈਕਸ ਨਹੀਂ, ਜ਼ੀਰੋ ਟੈਕਸ ਹੈ। ਅਗਲੇ 2.5 ਲੱਖ ਤੋਂ ਲੈ ਕੇ 5 ਲੱਖ ਤੱਕ ਸਾਨੂੰ 5% ਹੈ। ਤਾਂ ਜੋ ਸਾਡੀ 2.5 ਲੱਖ ਤੋਂ 5 ਲੱਖ ਦੇ ਵਿਚਾਲੇ ਟੈਕਸੇਬਲ ਇਨਕਮ ਰਹਿ ਜਾਂਦੀ ਹੈ 4,99,600 ਦੇ ਵਿੱਚੋਂ ਪਹਿਲੇ 2.5 ਲੱਖ ਘਟਾਏ ਤਾਂ ਬਾਕੀ ਰਹਿ ਗਈ ਸਾਡੇ ਕੋਲ 2,49,600 ਰੁਪਏ, ਜਿਸ ਦਾ ਅਸੀਂ ਜੋ 5% ਕੈਲਕੂਲੇਟ ਕਰਾਂਗੇ ਤਾਂ ਸਾਡਾ ਟੈਕਸ ਬਣ ਜਾਏਗਾ ਦੋਸਤੋ 12,480 ਰੁਪਏ। ਤਾਂ ਕਿਉਂਕਿ ਇਹ ਤੁਹਾਨੂੰ ਦੱਸਿਆ ਵੀ 12,500 ਤੱਕ ਸਾਨੂੰ ਟੈਕਸ ਦੇ ਰਿਬੇਟ ਮਿਲਦੀ ਹੈ, ਕਿਉਂਕਿ ਇਹ ਜਿਹੜਾ ਟੈਕਸ ਸਾਡਾ ਬਣਿਆ ਉਹ 12,500 ਤੋਂ ਘੱਟ ਹੈ, 12,480 ਰੁਪਏ ਹੈ। ਇਸ ਕਰਕੇ ਸਾਨੂੰ ਜਿਹੜਾ ਹੈਗਾ ਇਹਦੇ ਉੱਤੇ ਕੋਈ ਵੀ ਜਿਹੜਾ ਐਜੂਕੇਸ਼ਨ ਜਾਂ ਹੈਲਥ ਸੈਸ ਹੈ ਉਹ ਵੀ ਨਹੀਂ ਲੱਗੇਗਾ। ਅਤੇ ਜੋ ਹੈਗੇ ਸਾਨੂੰ 12,480 ਰੁਪਏ ਦੀ ਜੋ ਹੈਗੀ ਹੈ ਤੁਹਾਨੂੰ ਟੈਕਸ ਦੇ ਵਿੱਚ ਸਰਕਾਰ ਦੇ ਰੂਲਸ ਦੇ ਅਨੁਸਾਰ ਰਿਬੇਟ ਪ੍ਰਾਪਤ ਹੋਵੇਗੀ। ਤਾਂ ਇਸ ਤਰ੍ਹਾਂ ਤੁਹਾਡਾ ਜਿਹੜਾ ਟੈਕਸ ਹੈ ਉਹ ਬਣੇਗਾ ਨਿਲ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਦੋਸਤੋ ਆਪਾਂ ਗੱਲ ਕੀਤੀ ਹੈ ਵੀ ਕਿਸ ਤਰ੍ਹਾਂ ਤੁਸੀਂ ਜੇ ਤੁਹਾਡੀ ਇਨਕਮ 7,65,000 ਰੁਪਏ ਬਣਦੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਟੈਕਸ ਆਪਣਾ ਜ਼ੀਰੋ ਕਰ ਸਕਦੇ ਹੋ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਹਾਨੂੰ ਇਸ ਦਾ ਜ਼ਿਆਦਾ ਕੋਈ ਬੈਨੀਫਿਟ ਨਹੀਂ ਲੱਗਦਾ ਤਾਂ ਮੈਨੂੰ ਇੰਨੀ ਕਾਸ ਹੈ ਵੀ ਤੁਹਾਡੀ ਨੌਲੇਜ ਦੇ ਵਿੱਚ ਇਸ ਦੇ ਨਾਲ